जय श्री राम, जय श्री राम। पहली बार मैं देख रहा हूँ कि किसी गैंगस्टर ने ऐसा एक चिट्ठी लिखा है और उसमें जो है एक मजहबी नारा उसमें लिख दिया गया है। तो इसका क्या मतलब इसका मीनिंग क्या है? क्यों ये नारा लिखा गया? आपको क्या लगता है? वो शायद एजेंसी अथॉरिटीज़ ਨੂੰ ਮੈਸੇਜ ਭੇਜ ਰਹੇ ਨੇ ਜੈ ਸ਼੍ਰੀ ਰਾਮ ਲਿਖ ਕੇ ਕਿ ਕੋਈ ਇੰਡੀਅਨ ਸਟੇਟ ਨੂੰ ਮੈਸੇਜ ਭੇਜਿਆ ਜਾ ਰਿਹਾ ਕਿ ਨਹੀਂ ਅਸੀਂ ਤਾਂ ਜੀ ਹਿੰਦੂ ਗੈਂਗਸਟਰ ਅਜਿਹਾ ਨਹੀਂ ਹੈ ਕਿ ਫਿਰੌਤੀਆਂ ਰੰਗਦਾਰੀਆਂ ਵਸੂਲ ਪ੍ਰੋਟੈਕਸ਼ਨ ਮਨੀ ਕਿਤੋਂ ਹੋਰੋਂ ਨਹੀਂ ਹੁੰਦਾ ਤੇ ਕੈਨੇਡਾ 'ਚ ਵੀ ਹੁੰਦਾ ਹੋਏਗਾ ਬਹੁਤ ਇੱਕ ਵੱਖਰੇ ਲੈਵਲ ਤੇ ਜੇ ਚੱਲਦਾ ਹੋਏਗਾ ਲੇਕਿਨ ਇਸ ਤਰੀਕੇ ਦੇ ਨਾਲ ਇੰਡੀਅਨ ਬੇਸਡ ਬਿਜ਼ਨਸਮੈਨ ਪੰਜਾਬੀ ਬਿਜ਼ਨਸਮੈਨ ਨੂੰ ਇਸ ਤਰੀਕੇ ਦੇ ਮੈਸੇਜ ਆਣਾ ਕਾਲਸ ਆਣਾ ਜਾਂ ਜਿਹੜੇ ਵੌਇਸ ਨੋਟਸ ਆਣਾ ਇਹ ਬਹੁਤ ਖਤਰਨਾਕ ਹੈ ਤੇ ਮੈਂ ਇਹ ਜੇ ਪਿਛਲੇ 3 ਜਾਂ 4 ਮਹੀਨਿਆਂ ਦੌਰਾਨ ਦੇਖਾਂ ਇਹ ਮੈਂ ਇਸ ਦੀ ਸ਼ੁਰੂਆਤ ਮੰਨਦਾ ਮੈਨੀਟੋਬਾ ਤੋਂ ਦਹਿਸ਼ਤ ਫੈਲਾਉਣ ਦਾ ਪਰਪਸ ਤਾਂ ਇਹ ਹੁੰਦਾ ਨਾ ਵੀ ਗੋਲੀ ਚਲਾਓ ਤੇ ਸਾਨੂੰ ਪੈਸੇ ਦਿਓ ਇਹ ਚੀਜ਼ਾਂ ਇੰਡੀਆ 'ਚ ਹੁੰਦੀਆਂ ਨੇ ਇਹ ਬਿਲਕੁਲ ਸੇਮ ਪੈਟਰਨ ਇੰਡੀਆ 'ਚ ਰਿਹਾ ਹੈ ਉੱਥੇ ਵੀ ਆ ਪਿੱਛੇ ਜਿਹੜਾ ਦਿੱਲੀ ਦੇ ਵਿੱਚ ਹੋਈ ਇੱਕ ਵੱਡੀ ਵਾਰਦਾਤ ਉੱਥੇ ਦੇ ਇੱਕ ਬੜੇ ਵੱਡੇ ਲਿਕਰ ਵਪਾਰੀ ਨੇ ਜਿਹੜੇ ਕਾਰੋਬਾਰੀ ਦੀਪ ਮਲਹੋਤਰਾ ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਇਹ ਵੀ ਤਾਂ ਬੜਾ ਵੱਡਾ ਪੁਆਇੰਟ ਹੈ ਨਾ ਹੁਣ ਇੱਥੋਂ ਦੇ ਗੈਂਗਸਟਰਸ ਵੀ ਵਿਹਲੇ ਨਹੀਂ ਬੈਠੇ ਉਹ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਉਸ ਤਰੀਕੇ ਦਾ ਮਤਲਬ ਉਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਤਾਂ ਹੈਗੇ ਨੇ ਲੇਕਿਨ ਉਹ ਲੋਕਾਂ ਨੂੰ ਪਰੇਸ਼ਾਨ ਅਜੇ ਤੱਕ ਨਹੀਂ ਕਰ ਰਹੇ ਲੇਕਿਨ ਜੇ ਤੁਸੀਂ $2 ਮਿਲੀਅਨ ਮਿਲਣਾ ਸ਼ੁਰੂ ਹੋ ਗਿਆ ਇਸੇ ਪ੍ਰੋਟੈਕਸ਼ਨ ਮਨੀ ਦੇ ਰੂਪ ਵਿੱਚ ਤਾਂ ਤੁਸੀਂ ਇਹ ਸੋਚੋ ਵੀ ਉਸ ਸਟੇਕ ਦੇ ਵਿੱਚ ਫਿਰ ਅਸਲੀ ਲੜਾਈ ਕੌਣ ਲੜੇਗਾ ਅਸਲੀ ਲੜਾਈ ਤਾਂ ਫਿਰ BC ਦਾ ਜਿਹੜਾ ਗੈਂਗ ਹੈ BC ਦੇ ਗੈਂਗਸ ਨੇ ਜੋ ਕਿ ਫਾਰ ਮੋਰ ਡੈਡਲੀ ਨੇ ਉਹ ਤਾਂ ਬਹੁਤ ਖਤਰਨਾਕ ਗੈਂਗਸ ਨੇ ਇਹ ਤਾਂ ਹਵਾਬਾਜ਼ੀ ਵਾਲੇ ਗੈਂਗਸ ਨੇ ਸਾਡੇ ਲੇਕਿਨ ਤੁਸੀਂ BC ਤੇ ਜੇ ਗੈਂਗਸ ਦੇਖੋ ਉਹਨਾਂ ਦੀ ਲੜਾਈਆਂ ਜਿਹੜੀਆਂ ਚੱਲ ਰਹੀਆਂ ਨੇ ਉਹ 7-7 8-8 ਸਾਲ ਜਾ ਕੇ बैंकॉक तक बंदा मार के आए। नमस्कार, आदाब, सत श्री अकाल। एक लंबे अरसे के बाद एक बार फिर से मैं मणिमुख शर्मा आप सबका इस शो पर इस्तकबाल करता हूँ। पिछले कुछ दिनों में लोअर मेनलैंड एरिया में बहुत सी वारदात हुई हैं जिसमें बिजनेस जो लोकल बिजनेस ओनर्स हैं उनको एक्सटॉर्शन के थ्रेट मिल रहे हैं। बिजनेसेस के बाहर गोलियां भी चल रही है। पायल बिजनेस सेंटर पे ऐसा एक वाक़या हुआ और हाल ही में फिर से एक ईस्ट कोस्ट में भी ओंटारियो में एक बिजनेसमैन के इंडियन ओरिजिन बिजनेसमैन के बिजनेस के बाहर गोलियां चली हैं। ये बहुत संगीन मामला लग रहा है बिकॉज़ पुलिस की जानिब से भी ऐसे स्टेटमेंट्स आए हैं। लोगों को अपील किया गया है कि अगर आपको एक्सटॉर्शन थ्रेट मिला है तो मीडिया में जाने से पहले पुलिस के पास आएँ। क्या इसके जो है असरात होंगे लोकल कैनेडियन बिजनेसेस पर? जो पब्लिक सेफ्टी है ये बहुत बड़ा मामला बनता जा रहा है और हिंदुस्तान बेस्ड गैंग्स या फिर कनाडा बेस्ड गैंग जिनका हिंदुस्तान में ताल्लुक़ है इनकी मिली भगत हो सकती है ऐसा जो है एक शक जताया जा रहा है। इस पे बड़े डिटेल में बात करने के लिए एक बार फिर से मेरे साथ जुड़े हैं मेरे सहयोगी रितेश लकी साहब जो अब हिंदुस्तान से वापस आए हैं। रितेश जी आपका बहुत बहुत स्वागत है जी, शुक्रिया। आप जब हिंदुस्तान में थे तो ये सब हो रहा था यहाँ पर, उसका इम्पैक्ट आपको उधर भी दिखाई दिया होगा। तो थोड़ा हमें डिटेल में बताइए कि हुआ क्या है और किस तरफ ये बात बढ़ रही है। देखो जी मैं अपने आप बहुत हैरान है कि पिछले 2 ਜਾਂ 3 ਹਫ਼ਤਿਆਂ ਦੌਰਾਨ ਇਹ ਘਟਨਾਵਾਂ ਲਗਾਤਾਰ ਵਧੀਆਂ ਨੇ ਜਿਹੜੇ ਰੰਗਦਾਰੀ ਐਕਸਟੋਰਸ਼ਨ ਦੀ ਜਿਹੜੀ ਵਸੂਲੀ ਨੂੰ ਲੈ ਕੇ ਜਿਹੜੇ ਦੋ ਤਰੀਕੇ ਨੇ ਇੱਕ ਤਾਂ ਵੌਇਸ ਨੋਟਸ ਛੱਡੇ ਜਾ ਰਹੇ ਨੇ ਸੁਨੇਹੇ ਲਾਏ ਜਾਣਾ ਕਹਿੰਦੇ ਇਹਨਾਂ ਨੂੰ ਬੇਸਿਕਲੀ ਮੈਸੇਜ ਦਿੱਤੇ ਜਾ ਰਹੇ ਨੇ ਤੇ ਦੂਸਰਾ ਕੁਝ ਅਜਿਹੀਆਂ ਚਿੱਠੀਆਂ ਜੋ ਕਿ ਟਾਈਪ ਰਿਟਨ ਫੌਂਟ ਦੇ ਵਿੱਚ ਲਿਖੀਆਂ ਗਈਆਂ ਨੇ ਤੇ ਉਸ ਵਿੱਚ ਅੰਗਰੇਜ਼ੀ ਦੇ ਵਿੱਚ ਡਿਮਾਂਡ ਕੀਤੀ ਗਈ $2 ਮਿਲੀਅਨ ਦਾ ਇੱਕ ਜਿਹੜੀ ਐਬਟਸਫੋਰਡ ਵਿਖੇ ਚਿੱਠੀਆਂ ਪਾਈਆਂ ਗਈਆਂ ਲੋਕਾਂ ਦੇ ਘਰਾਂ 'ਚ ਸਿੱਟੀਆਂ ਗਈਆਂ ਤੇ ਵੌਇਸ ਨੋਟ ਜਿਹੜੇ ਹੈਗੇ ਨੇ ਉਹ ਦੱਸਿਆ ਜਾ ਰਿਹਾ ਵੀ ਸਰੀ ਦੇ ਵਿੱਚ ਕੁਝ ਵਪਾਰੀਆਂ ਨੂੰ ਮਿਲੇ ਨੇ ਗੋਲੀ ਚੱਲੀ ਆ ਵਾਈਟ ਰੌਕ ਦੇ ਇੱਕ ਵਪਾਰੀ ਦੇ ਘਰ ਦੇ ਬਾਹਰ ਜਦੋਂ ਉਹਨਾਂ ਨੇ ਸ਼ਾਇਦ ਇਸ ਤਰੀਕੇ ਦੀ ਉਹਨਾਂ ਨੂੰ ਧਮਕੀ ਆਈ ਉਹਨਾਂ ਨੇ ਨਹੀਂ ਰੰਗਦਾਰੀ ਦਿੱਤੀ ਤੇ ਕੁਝ ਇਹ ਵੀ ਦੱਸਿਆ ਜਾ ਰਿਹਾ ਕਿ ਅੰਦਰ ਖਾਤੇ ਕੁਝ ਬਿਜ਼ਨਸਮੈਨ ਨੇ ਡਰ ਕੇ ਦੇ ਵੀ ਦਿੱਤੀ ਹੈ ਤੇ ਇਹ ਬੜਾ ਹੀ ਦੇਖੋ ਅਨਫੋਰਚੂਨੇਟ ਹੈ ਤੇ ਕੈਨੇਡਾ ਦੇ ਵਿੱਚ ਆਪਾਂ ਜੇ ਬ੍ਰਿਟਿਸ਼ ਕੋਲੰਬੀਆ ਦੀ ਆਪਾਂ ਗੱਲ ਕਰ ਲਈਏ ਪੱਛਮੀ ਕੈਨੇਡੀਅਨ ਪ੍ਰੋਵਿੰਸ ਹੈ ਇੱਥੇ ਕਦੇ ਐਕਸਟੋਰਸ਼ਨ ਜਿਹੜਾ ਸਿਸਟਮ ਹੈ ਉਹ ਨਹੀਂ ਰਿਹਾ ਇੰਨਾ ਐਕਸਟੋਰਸ਼ਨ ਦੇ ਕਦੀ ਕੋਈ ਗੱਲਾਂ ਬਾਤਾਂ ਨਹੀਂ ਸੁਣੀਆਂ ਇੱਥੇ ਗੈਂਗ ਐਕਟੀਵਿਟੀ ਬਹੁਤ ਜ਼ਿਆਦਾ ਹੈ ਗੈਂਗ ਐਕਟੀਵਿਟੀ ਦਾ ਗੜ੍ਹ BC ਨੂੰ ਮੰਨਿਆ ਜਾਂਦਾ ਹੈ ਇੱਥੇ ਦੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਦੇ ਗੈਂਗਸ ਬੜੇ ਹੀ ਡੈਡਲੀ ਗੈਂਗਸ ਨੇ ਜੀ ਰੈਡ ਸਕੋਰਪੀਅਨਸ ਯੂਨਾਈਟਿਡ ਨੇਸ਼ਨਸ ਬ੍ਰਦਰਸ ਕੀਪਰਸ ਹੈਲਜ਼ ਐਂਜਲਸ ਦੇ ਚੈਪਟਰ ਨੇ ਲੇਕਿਨ ਉਹ ਸਾਰੇ ਦੇ ਸਾਰੇ ਨਸ਼ੇ ਦੇ ਕਾਰੋਬਾਰ ਦੇ ਵਿੱਚ ਹੈਗੇ ਨੇ ਇਨਵੋਲਵ ਸੋ ਉਹਨਾਂ ਨੇ ਕਦੇ ਕਿਸੇ ਆਮ ਬੰਦੇ ਤੋਂ ਰੰਗਦਾਰੀਆਂ ਬਿਜ਼ਨਸਮੈਨ ਤੋਂ ਵਪਾਰੀਆਂ ਤੋਂ ਇਸ ਤਰੀਕੇ ਦੀ ਵਸੂਲੀਆਂ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਇਹ ਇੰਡੀਆ ਦਾ ਟ੍ਰੈਂਡ ਤੇ ਫਿਨੋਮੀਨਨ ਹੈ ਅਜਿਹਾ ਨਹੀਂ ਕਿ ਫਿਰੌਤੀਆਂ ਰੰਗਦਾਰੀਆਂ ਵਸੂਲ ਪ੍ਰੋਟੈਕਸ਼ਨ ਮਨੀ ਕਿਤੋਂ ਹੋਰੋਂ ਨਹੀਂ ਹੁੰਦਾ ਤੇ ਕੈਨੇਡਾ 'ਚ ਵੀ ਹੁੰਦਾ ਹੋਏਗਾ ਬਹੁਤ ਇੱਕ ਵੱਖਰੇ ਲੈਵਲ ਤੇ ਜੇ ਚੱਲਦਾ ਹੋਏਗਾ ਲੇਕਿਨ ਇਸ ਤਰੀਕੇ ਦੇ ਨਾਲ ਇੰਡੀਅਨ ਬੇਸਡ ਬਿਜ਼ਨਸਮੈਨ ਪੰਜਾਬੀ ਬਿਜ਼ਨਸਮੈਨ ਨੂੰ ਇਸ ਤਰੀਕੇ ਦੇ ਮੈਸੇਜ ਆਣਾ ਕਾਲਸ ਆਣਾ ਜਾਂ ਜਿਹੜੇ ਵੌਇਸ ਨੋਟਸ ਆਣਾ ਇਹ ਬਹੁਤ ਖਤਰਨਾਕ ਹੈ ਤੇ ਮੈਂ ਇਹ ਜੇ ਪਿਛਲੇ 3 ਜਾਂ 4 ਮਹੀਨਿਆਂ ਦੌਰਾਨ ਦੇਖਾਂ
ਇਹ ਮੈਂ ਇਸ ਦੀ ਸ਼ੁਰੂਆਤ ਮੰਨਦਾ ਮੈਨੀਟੋਬਾ ਤੋਂ। ਬੇਸਿਕਲੀ ਵਿਨੀਪੈਗ 'ਚ ਜਦੋਂ ਸੁੱਖਾ ਦੁਨੇਕੇ ਨੂੰ ਕਤਲ ਕੀਤਾ ਜਾਂਦਾ ਹੈ, ਉਹ ਪਹਿਲੀ ਅਜਿਹੀ ਇਨਸੀਡੈਂਟ ਮੈਂ ਮੰਨਦਾ ਜਿੱਥੇ ਕਿ ਇੱਕ ਗੈਂਗਸਟਰ ਸੁੱਖਾ ਦੁਨੇਕੇ ਨੂੰ ਕਿਲ ਕੀਤਾ ਜਾਂਦਾ, ਉਹਨੂੰ ਮਾਰਿਆ ਜਾਂਦਾ ਤੇ ਉਹਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਵੱਲੋਂ ਲਈ ਜਾਂਦੀ ਹੈ, ਜੋ ਕਿ ਇੰਡੀਆ ਦੀ ਜੇਲ੍ਹ ਦੇ ਵਿੱਚ ਬੰਦ ਹੈ। ਦੈਟ ਵਾਸ ਦ ਬਿਗਿਨਿੰਗ। ਫਿਰ ਆਪਾਂ ਪਿਛਲੇ 2 ਹਫ਼ਤਿਆਂ ਦੌਰਾਨ 2-3 ਹਫ਼ਤਿਆਂ ਦੌਰਾਨ ਦੇਖ ਲਈ ਵੀ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਗੋਲੀ ਚੱਲੀ ਵੈਸਟ ਵੈਨਕੂਵਰ ਦੇ ਵਿੱਚ ਹੈ ਨਾ। ਉਸ ਤੋਂ ਬਾਅਦ ਫਿਰ ਵਾਈਟ ਰੌਕ ਦੇ ਬਿਜ਼ਨਸਮੈਨ ਦੇ ਘਰ ਗੋਲੀ, ਫਿਰ ਚਿੱਠੀਆਂ ਐਬਟਸਫੋਰਡ ਦੀ ਤੇ ਜਿਹੜੀ ਸਰੀ ਦੀਆਂ ਘਟਨਾਵਾਂ ਨੇ ਜਿਹਦੇ ਦੀ ਐਕਸਟੋਰਸ਼ਨ ਥ੍ਰੈਟਸ ਜਾਂ ਕਾਲਸ ਹੈਗੀਆਂ ਨੇ, ਉਹਨਾਂ ਦੀ ਜਾਂਚ ਸਾਂਝੇ ਤੌਰ ਤੇ ਹੋ ਰਹੀ ਹੈ। ਪੁਲਿਸ ਨੇ ਵੀ ਇਸ ਚੀਜ਼ ਦੀ ਤਸਦੀਕ ਕਰਤੀ ਹੈ ਕਿ ਇਹ ਹੈਗਾ, ਇਟਸ ਅ ਰੀਅਲ ਥ੍ਰੈਟ। ਅਜਿਹਾ ਨਹੀਂ ਹੈ ਕਿ ਕੋਈ ਜਿਹਨੂੰ ਕਹਿ ਸਕਦੇ ਹਾਂ ਵੀ ਮਖੌਲ ਕਰਦਾ ਪਿਆ ਹੈ ਜਾਂ ਇਸ ਤਰੀਕੇ ਦੀ, ਕਿਉਂਕਿ ਲੋਕ ਪੇ ਕਰ ਰਹੇ ਨੇ, ਗੋਲੀਆਂ ਚੱਲ ਰਹੀਆਂ ਨੇ। ਜਦੋਂ ਐਕਚੁਅਲ ਗਰਾਊਂਡ ਦੇ ਉੱਤੇ ਕੁਝ ਹੋ ਰਿਹਾ ਹੋਵੇ ਆ ਤਾਂ ਇਸ ਧਮਕੀਆਂ ਤੋਂ ਡਰ ਕੇ ਲੋਕ ਦੇ ਰਹੇ ਨੇ। ਨਹੀਂ, ਇੱਥੇ ਗਿੱਪੀ ਗਰੇਵਾਲ ਦੇ ਘਰ ਦੇ ਬਾਹਰ ਗੋਲੀ ਚੱਲਦੀ ਹੈ, ਵਾਈਟ ਰੌਕ ਦੇ ਵਿੱਚ ਗੋਲੀ ਚੱਲਦੀ ਹੈ। ਜਿਹੜਾ ਸੁੱਖਾ ਦੁਨੇਕੇ ਦਾ ਕਤਲ ਹੁੰਦਾ ਮੈਨੀਟੋਬਾ, ਉਸ ਚੀਜ਼ ਨੇ ਤਾਂ ਐਸਟੈਬਲਿਸ਼ ਕਰਤਾ ਕਿ ਭਾਰਤੀ ਗੈਂਗਸ ਦੀ ਜਿਹੜੀ ਦੁਸ਼ਮਣੀਆਂ ਚੱਲਦੀਆਂ ਨੇ ਉੱਥੇ, ਲਾਰੈਂਸ ਬਿਸ਼ਨੋਈ ਹੈ ਜਿਹੜਾ ਅਪੋਨੈਂਟ ਗੈਂਗ ਦਾ ਸੀ, ਹੀ ਵਾਸ ਅ ਮੇਨ ਹਿਟਮੈਨ, ਮੇਨ ਉਹਨਾਂ ਦਾ ਸਰਗਨਾ ਸੀ ਸੁੱਖਾ ਦੁਨੇਕੇ। ਉਹਨੂੰ ਉੱਥੇ ਜਾ ਕੇ ਜੇ ਹਿੱਟ ਕਰ ਸਕਦੇ ਨੇ ਦੈਨ ਇਟ ਮੀਨਸ ਕਿ ਉਹਨਾਂ ਦੀ ਜਿਹੜੀ ਆਪਰੇਸ਼ਨਸ ਨੇ ਉਹ ਵੱਧ ਚੁੱਕੇ ਨੇ। ਬੇਸਿਕਲੀ ਜਿਹੜਾ ਇੰਡੀਅਨ ਗੈਂਗਸਟਰ ਹੈ ਜਾਂ ਜਿਹੜੇ ਪਹਿਲਾਂ ਭਾਰਤ ਦੇ ਵਿੱਚ ਆਪਾਂ ਮੰਨਦੇ ਸੀ ਵੀ ਇਹ ਲੋਕਾਂ ਨੇ ਅੱਤਵਾਦ ਦਾ ਮਾਹੌਲ ਕ੍ਰੀਏਟ ਕਰ ਰੱਖਾ ਹੈ, वो हुण कनाडा दे विच दिस रहा है। जो चिट्ठियों में मैंने एक ख़ास चीज़ मैंने देखी कि जय श्री राम का नारा इस्तेमाल हुआ है, जो एक फिरौती की लेटर जो है वो जो सर्कुलेट हो रहा है काफ़ी, जय श्री राम जय श्री राम जय श्री राम। पहली बार मैं देख रहा हूँ कि किसी गैंगस्टर ने ऐसा एक चिट्ठी लिखा है और उसमें जो है एक मजहबी नारा उसमें लिख दिया गया है। तो इसका क्या मतलब, इसका मीनिंग क्या है, क्यों ये नारा लिखा गया, आपको क्या लगता है? देखो बड़ी अजीब जी गल हैगी है। हालांकि जो इंडियन बेस्ड ਜਿਹੜੇ ਗੈਂਗਸਟਰ ਨੇ ਜਦੋਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾਉਂਦੇ ਨੇ ਉਹਦੇ ਵਿੱਚ ਇਸ ਤਰੀਕੇ ਦੀਆਂ ਗੱਲਾਂ ਲਿਖਦੇ ਨੇ। ਉਹ ਸਤਿ ਸ਼੍ਰੀ ਅਕਾਲ ਵੀ ਲਿਖਦੇ ਨੇ, ਜੈ ਸ਼੍ਰੀ ਰਾਮ ਲਿਖਦੇ ਨੇ। ਆ ਜਿਹੜੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਮੈਂਬਰ ਨੇ ਇਹ ਜੈ ਬਲਕਾਰੀ ਲਿਖਦੇ ਨੇ, ਹਨਾ। ਇਸ ਤਰੀਕੇ ਦੇ ਅਲੱਗ-ਅਲੱਗ ਇਹਨਾਂ ਦੇ ਹੁੰਦੇ ਨੇ। ਸਤਿ ਸ਼੍ਰੀ ਅਕਾਲ ਵੀ ਲਿਖ ਦਿੰਦੇ ਨੇ, ਜੈ ਸ਼੍ਰੀ ਰਾਮ ਵੀ ਲਿਖ ਦਿੰਦੇ ਨੇ। ਲੇਕਿਨ ਇਹ ਜਿਹੜਾ ਲੈਟਰ ਹੈ ਇਹਦੇ 'ਚ ਜੈ ਸ਼੍ਰੀ ਰਾਮ ਲਿਖਿਆ ਹੋਇਆ ਤੇ ਕਈ ਵਾਰ ਲਿਖਿਆ ਹੋਇਆ, ਉੱਤੇ 4 ਵਾਰ, ਥੱਲੇ ਇੱਕ ਵੱਡਾ ਐਂਡ ਦੇ ਵਿੱਚ ਵੀ ਲਿਖਿਆ ਹੋਇਆ। ਸੋ ਇਹ ਪਤਾ ਨਹੀਂ ਕੀ ਮੈਸੇਜ ਭੇਜਣ ਦੀ ਕੋਸ਼ਿਸ਼ ਹੈ। ਹੁਣ ਇਹਦੀ 2 ਥਿਊਰੀਜ਼ ਹੁੰਦੀਆਂ ਨੇ। ਇੱਕ ਤਾਂ ਵੀ ਤੁਸੀਂ ਸ਼ਾਇਦ ਕਿਸੇ ਵਰਗ ਵਿਸ਼ੇਸ਼ ਨੂੰ ਪਲੀਜ਼ ਕਰਨਾ ਚਾਹ ਰਹੇ ਹੋ। ਹੁਣ ਇੱਥੇ ਇਸ ਚੀਜ਼ ਨੂੰ ਐਗਜ਼ਾਮਿਨ ਕਰਨਾ ਪਏਗਾ ਕਿਉਂਕਿ ਇਹ ਚੀਜ਼ਾਂ ਅੰਡਰ ਵਰਲਡ ਦੀ ਦਾ ਮਤਲਬ ਇਹ ਹੈ ਕਿ ਅੰਡਰ ਵਰਲਡ ਹੈ, ਉੱਥੇ ਖੁੱਲ ਕੇ ਚੀਜ਼ਾਂ ਬਾਹਰ ਨਹੀਂ ਆਉਂਦੀਆਂ। ਹੁਣ ਜਿਹੜੇ ਲੋਕਾਂ ਨੇ ਸ਼ਿਕਾਇਤ ਕੀਤੀਆਂ ਇਹ ਤਾਂ ਪੁਲਿਸ ਦੱਸ ਸਕਦਾ ਵੀ ਕੀ ਕਿਸੇ ਫਿਰਕੇ ਵਿਸ਼ੇਸ਼ ਦੇ ਬਿਜ਼ਨਸਮੈਨ ਨੂੰ, ਯਾਨੀ ਕਿ ਪੰਜਾਬੀ ਬਿਜ਼ਨਸਮੈਨ ਨੂੰ ਕਾਲਾਂ ਆਈਆਂ। ਗਿੱਪੀ ਗਰੇਵਾਲ ਪੰਜਾਬੀ ਨੇ, ਐਂਡੀ ਧੋਗੇ ਦੀ ਆਪਾਂ ਤਸਵੀਰ ਵੇਖ ਰਹੇ ਹਾਂ ਪਿੱਛੇ, ਇਹਨੇ ਸਾਰੇ ਪੰਜਾਬੀ ਨੇ। ਪੰਜਾਬੀ ਬਿਜ਼ਨਸਮੈਨ ਨੂੰ ਇੱਥੇ ਕਾਲਾਂ ਦਾ ਆਪਾਂ ਨੂੰ ਪਤਾ ਹੈ, ਵੌਇਸ ਨੋਟਸ ਵਗੈਰਾ ਆਏ ਆ, ਚਿੱਠੀਆਂ ਉਹਨਾਂ ਦੇ ਘਰਾਂ ਦੇ ਬਾਹਰ ਸਿੱਟੀਆਂ ਗਈਆਂ। ਲੇਕਿਨ ਪੁਲਿਸ ਇਹ ਵੀ ਕਹਿ ਰਹੀ ਹੈ ਵੀ ਕੁਝ ਜਿਹੜੇ ਇੱਥੋਂ ਦੇ ਲੋਕਲ ਕੈਨੇਡੀਅਨਸ ਹੈਗੇ ਨੇ ਉਹਨਾਂ ਨੂੰ ਵੀ ਇਸ ਤਰੀਕੇ ਦੀ ਐਕਸਟੋਰਸ਼ਨ ਦੀ ਲੈਟਰਸ ਭੇਜੀਆਂ ਗਈਆਂ ਹੋ ਸਕਦੀਆਂ ਨੇ। ਇਸ ਲਈ ਸ਼ਾਇਦ ਅੰਗਰੇਜ਼ੀ में लिखी गई है चिट्ठी। ਹਾਂ ਐਗਜ਼ੈਕਟਲੀ, ਅੰਗਰੇਜ਼ੀ 'ਚ ਲਿਖਣ ਦਾ ਨਹੀਂ ਤਾਂ ਪੰਜਾਬੀ ਹਿੰਦੀ ਸਮਝ ਆਈ ਜਾਂਦੀ ਹੈ ਸਭ ਨੂੰ। ਸੋ ਇੰਗਲਿਸ਼ 'ਚ ਲਿਖੀ ਗਈ ਹੈ। ਉਹ ਸ਼ਾਇਦ ਏਜੰਸੀ ਅਥਾਰਟੀਜ਼ ਨੂੰ ਮੈਸੇਜ ਭੇਜ ਰਹੇ ਨੇ ਜੈ ਸ਼੍ਰੀ ਰਾਮ ਲਿਖ ਕੇ ਕਿ ਕੋਈ ਇੰਡੀਅਨ ਸਟੇਟ ਨੂੰ ਮੈਸੇਜ ਭੇਜਿਆ ਜਾ ਰਿਹਾ ਕਿ ਨਹੀਂ ਅਸੀਂ ਤਾਂ ਜੀ ਹਿੰਦੂ ਗੈਂਗਸਟਰ, ਠੀਕ ਹੈ ਨਾ, ਵੀ ਸਾਡੇ ਪ੍ਰਤੀ ਤੁਸੀਂ ਉੱਥੇ ਰੁਕ ਰਹੋ। ਆਈ ਡੋਂਟ ਨੋ ਕੀ ਹੈ। ਅੱਛਾ, ਇਹਦਾ ਦੂਸਰਾ ਮਤਲਬ ਵੀ ਹੋ ਸਕਦਾ ਵੀ ਇਹ ਬਦਨਾਮ ਕਰਨ ਦੀ ਵੀ ਕੋਸ਼ਿਸ਼ ਹੋ ਸਕਦੀ ਹੈ ਵੀ ਜੈ ਸ਼੍ਰੀ ਰਾਮ ਲਿਖ ਦੋ ਤੇ ਇਹ ਤਾਂ ਕਿਸ ਨੂੰ ਨਹੀਂ ਪਤਾ ਵੀ ਕਿਸ ਨੇ ਲਿਖੀ ਚਿੱਠੀਆਂ, ਕੌਣ ਇਹਦੇ ਪਿੱਛੇ ਦਾ। ਉਹਦਾ ਜਦੋਂ ਫੜੇ ਜਾਣਗੇ ਫਿਰ ਪਤਾ ਲੱਗੇਗਾ ਵੀ ਉਹਦਾ ਪੂਰਾ ਗੇਮ ਪਲਾਨ ਸੀ ਕੀ ਹੈ। ਲੇਕਿਨ ਇਹ ਇੱਕ ਗਲਤ ਟ੍ਰੈਂਡ ਹੈਗਾ, ਇਟਸ ਵੈਰੀ ਡੇਂਜਰਸ, ਜੋ ਕਿ ਇਸ ਰੀਜਨ ਨੇ ਮੈਨੂੰ ਨਹੀਂ ਲੱਗਦਾ ਵੀ BC ਨੇ ਜਾਂ ਕੈਨੇਡਾ ਦੇ ਵਿੱਚ ਪਿਛਲੇ ਤਕਰੀਬਨ 1.5-2 ਦਹਾਕੇ ਜਿੰਨੀ ਕਿ ਆਪਣੀ ਗੱਲਬਾਤ ਹੋਈ ਹੈ, ਥੋੜ੍ਹੇ ਜਿਹੇ ਲੋਕਾਂ ਨੂੰ ਆਪਾਂ ਅਸਾਂ ਪੁੱਛਿਆ, ਲੋਕਾਂ ਨੇ ਦੱਸਿਆ ਵੀ ਇਹ ਫਰੂਤੀਆਂ ਵਾਲਾ ਰੰਗਦਾਰੀਆਂ ਦਾ ਤਾਂ ਕੋਈ ਕੰਮ ਨਹੀਂ ਚੱਲਿਆ ਇੱਥੇ। ਹਾਂ, ਡਰੱਗ ਨੂੰ ਲੈ ਕੇ ਇੱਥੇ ਗੈਂਗ ਵਾਰ ਵੀ ਰਹੀ ਹੈ, ਬਲੱਡੀ ਵਾਰਸ ਹੋਈਆਂ ਨੇ। ਅੱਜ 2-3 ਮਹੀਨੇ ਪਹਿਲਾਂ ਹੀ ਸਮਰਾ ਭਰਾ ਮਾਰੇ ਨੇ ਵੈਨਕੂਵਰ ਦੇ ਵਿੱਚ ਹੀ ਕਤਲ, ਦੋਵੇਂ ਭਰਾਵਾਂ ਨੂੰ 2 ਮਹੀਨਿਆਂ ਦੌਰਾਨ ਮਾਰਤਾ ਗਿਆ। ਉਸ ਤੋਂ ਪਹਿਲਾਂ ਵੀ ਇੱਕ ਪੂਰੀ ਇੱਕ ਰਿਟੈਲੀਏਸ਼ਨ ਚੱਲਦੀ ਪਈ ਹੈ ਗੈਂਗਸ ਦੀ। ਲੇਕਿਨ ਉਹ ਡਰੱਗ ਟ੍ਰੇਡ ਨੂੰ ਲੈ ਕੇ ਟਫ ਵਾਰਸ ਹੈਗੀਆਂ ਨੇ, ਆਪਸੀ ਟੈਰੀਟਰੀ ਦੀ ਲੜਾਈ ਹੈ। ਉਹਦੇ ਵਿੱਚ ਆਮ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੈ ਐਸ ਲੌਂਗ ਐਸ ਕਿ ਈਵਨ ਉਹ ਕਹਿੰਦੇ ਨੇ ਵੀ ਆਮ ਲੋਕ ਆਪਣੇ ਆਪ ਬਚ ਕੇ ਰਹਿਣਾ ਚਾਹੀਏ ਇਸ ਤਰ੍ਹਾਂ ਤੋਂ। ਨਾਟ ਦੈਟ ਕਿ ਉਹਨਾਂ ਨੂੰ ਮਾਰਨਾ ਚਾਹੁੰਦੇ ਨੇ, ਬਟ ਵੀ ਤੁਸੀਂ ਆਪਸ ਦੀ ਕਿਸੇ ਕ੍ਰਾਸ ਫਾਇਰ ਦੇ ਵਿੱਚ ਨਾ ਜਾਓ, ਇਹ ਲੋਕਾਂ ਤੋਂ ਦੂਰ ਰਹੋ। ਇੱਥੋਂ ਦੀ ਪੁਲਿਸ ਇਹ ਕਹਿੰਦੀ ਹੈ ਜਿਹੜੇ ਲੋਕਲ ਗੈਂਗਸ ਨੇ। ਹੁਣ ਇੱਥੇ ਤਾਂ ਤੁਸੀਂ ਲੋਕਾਂ ਦੇ ਘਰਾਂ 'ਚ ਜਾ ਰਹੇ ਹੋ, ਉੱਥੇ ਗੋਲੀਆਂ ਚਲਾ ਰਹੇ ਹੋ ਜਾਂ ਉਹਨਾਂ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹੋ, ਇਹ ਤਾਂ ਬਹੁਤ ਹੀ ਚਿੰਤਾਜਨਕ ਹੈ। ਹੌਸਲੇ ਵੱਧ ਰਹੇ ਨੇ। ਲਾਰੈਂਸ ਬਿਸ਼ਨੋਈ ਦੀ ਜਿਹੜੀ ਥੋੜ੍ਹੀ ਜਿਹੀ ਐਕਟੀਵਿਟੀ ਹੋਈ ਹੈ, ਜੋ ਉਹਦੇ ਨਾਂ ਤੋਂ ਜ਼ਿੰਮੇਵਾਰੀਆਂ, ਜਿਵੇਂ ਐਂਡੀ ਧੁੱਗਾ ਵਾਲੀ ਇਨਸੀਡੈਂਟ ਹੋਇਆ ਤੇ ਇਹ 'ਚ ਤਾਂ ਕਬੂਲ ਕੀਤਾ ਉਹਨਾਂ ਨੇ ਵੀ ਅਸੀਂ ਕਰਵਾਇਆ। ਸੁੱਖਾ ਦੁਨੇਕੇ ਦੀ ਗੱਲ ਉਹਨਾਂ ਨੇ ਕਬੂਲ ਕੀਤੀ ਹੈ। ਜਿਹੜੇ ਵੌਇਸ ਨੋਟਸ ਕੁਝ ਸਰੀ ਦੇ ਬਿਜ਼ਨਸਮੈਨ ਨੂੰ ਭੇਜੇ ਗਏ ਨੇ ਉਹਦੇ ਵਿੱਚ ਹਰਿਆਣਵੀ ਤੇ ਹਿੰਦੀ ਡਾਇਲੈਕਟ ਦੇ ਵਿੱਚ ਜਿਹੜੇ ਲੋਕ ਫਿਰੌਤੀ ਮੰਗ ਰਹੇ ਨੇ ਤੇ ਉਹ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਆਇਡੈਂਟੀਫਾਈ ਕਰ ਰਹੇ ਨੇ। ਸੋ ਇੱਕ ਆਈ ਥਿੰਕ ਜਾਂਚ ਪੜਤਾਲ ਮੰਗਦੀ ਹੈ ਤੇ ਫੜੇ ਜਾਣੇ ਚਾਹੀਦੇ ਨੇ ਸਾਰੇ ਦੇ ਸਾਰੇ।
क्या आपको लग रहा है कि जो हिंदुस्तान की जो फिलहाल जो पॉलिटिक्स है काफ़ी टाइम पे हम देख पा रहे हैं, और जो ये टॉकिंग पॉइंट हमेशा होता है, जैसे यूट्यूबर्स का भी अगर आप देखिए और बाकी जो दूसरे ग्रुप्स हैं सोशल मीडिया पे बड़े एक्टिव होते हैं, तो ये कहते हैं कि एक किस्म का एक पिक्चर बन गया है कि अगर कनाडा है तो फिर जो है प्रो खालिस्तान ग्रुप्स की जो है यहाँ पे अक्सरियत है, और पूरे मतलब तो एक कोशिश हो रही है कि उनको जो है कंट्रोल किया जाए। तो आपको लग रहा है कि एक जिस तरह से एक बहुत ज़्यादा हम सुन पा रहे हैं कि इंडिया बेस्ड गैंगस्टर्स का जो हाथ था, या फिर अगर इंडिया में कोई वारदात हुई है, हाल ही में जो है राजस्थान में जो एक गोगा मेडी हैं राजपूत कार्नी सेना के जो साथ जुड़े हुए थे, उनका जो है कत्ल हो जाता है, तो उसमें कनाडा बेस्ड गैंगस्टर्स का हाथ है ऐसा बोला जा रहा है। लॉरेंस बिश्नोई का नाम शायद उसमें भी आया है, गोल्डी बरार जैसे लोगों रोहित का। बुदारा जो कि कनाडा 10 से जानते हैं जी। हाँ, तो ये एक जो है ऑलरेडी, अगर हम मैं थोड़ा बड़ा अगर कर दूं सवाल कि इंडिया का नाम बार बार आ रहा है कि एक ट्रांसनेशनल ऑपरेशंस में इसका इन्वॉल्वमेंट हो सकता है, तो ऐसे एक माहौल में कुछ इस तरह के अगर फिरौती के लेटर्स जा रहे हैं, तो उसकी शाख पे और भी दाग नहीं लग रहा है कि अगर आप एक मैसेज, जैसे आपने कहा कि मैसेज देने की कोशिश हो रही है शायद इंडिया को, देखिए हम भी ऐसा कुछ कर सकते हैं, जो आपके एनिमीज है सो कॉल्ड, उसको जो है हम कंट्रोल कर सकते हैं। अगर ऐसा एक मैसेज जा रहा है तो मतलब ये तो सबको समझ में आ रहा है कि ऐसा एक अगर कोशिश हो रही है तो फिर इंडिया का नाम फिर से शामिल हो जाएगा। ਕਈ ਚੀਜ਼ਾਂ ਨੇ ਦੇਖੋ, ਹਰਦੀਪ ਸਿੰਘ ਨਿੱਜਰ ਦਾ ਇੱਕ ਅਲੱਗ ਚੈਪਟਰ ਹੈ ਨਾ, ਉਹਨੂੰ ਮਰਵਾਇਆ ਗਿਆ, ਗੁਰਪਤਵੰਤ ਪੰਨੂ ਨੂੰ ਮਰਾਉਣ ਦੀ ਕੋਸ਼ਿਸ਼ ਕੀਤੀ ਗਈ, ਅਮਰੀਕਾ ਦੀ ਇਨਵੈਸਟੀਗੇਸ਼ਨ ਜੋ ਹੈ ਉਹਦੇ 'ਚ ਕਈ ਖੁਲਾਸੇ ਹੋ ਗਏ ਨਾ, ਆਪਾਂ ਅਲੱਗ ਉਸ 'ਤੇ ਚਰਚਾ ਕਰਾਂਗੇ, ਲੇਕਿਨ ਉਹ ਅਲੱਗ ਚੈਪਟਰ ਹੈ। ਚੀਜ਼ਾਂ ਕੰਪਲਿਕੇਟਡ ਨੇ, ਮਿਲੀਆਂ ਹੋਈਆਂ ਨੇ, ਕਿਹੜੀ ਟੈਰੀਟਰੀ ਤੇ ਕੌਣ ਕਰਵਾ ਰਿਹਾ ਹੈ, ਕਿ ਕੈਨੇਡਾ ਦੀ ਧਰਤੀ ਉੱਤੇ ਜਿਹੜੇ ਅਪਰਾਧਿਕ ਵਾਰਦਾਤਾਂ ਹੋ ਰਹੀਆਂ ਨੇ ਉਹਨਾਂ ਦੇ ਪਿੱਛੇ ਭਾਰਤ ਸਰਕਾਰ ਹੈ। ਚਲੋ ਨਿੱਜਰ ਦੇ ਕੇਸ ਦੇ ਵਿੱਚ ਤਾਂ ਚੀਜ਼ ਨਿਕਲ ਕੇ ਆ ਰਹੀ ਹੈ, ਹਾਲੇ ਤੱਕ ਸਟੈਬਲਿਸ਼ ਉਸ ਤਰੀਕੇ ਨਾਲ ਨਹੀਂ ਹੋਈ, ਲੇਕਿਨ ਗੁਰਪਤਵੰਤ ਪੰਨੂ ਵਾਲੀ ਗੱਲ ਤਾਂ ਕਾਫੀ ਹੱਦ ਤੱਕ ਸਾਫ਼ ਹੋ ਚੁੱਕੀ ਹੈ। ਉਸੀ ਬੇਸ ਉੱਤੇ ਉਸੀ ਜੇ ਥਿਓਰੀ ਨੂੰ ਅਸੀਂ ਨਿੱਜਰ ਦੇ ਉੱਤੇ ਲਾਈਏ ਤਾਂ ਅਪਲਾਈ ਹੁੰਦੀ ਹੈ, ਲੇਕਿਨ ਇਹ ਤਾਂ ਅਲੱਗ ਚੀਜ਼ ਹੋ ਗਈ ਨਾ। ਇੱਥੇ ਤਾਂ ਲੋਕਾਂ ਦੀ ਪੀਸ ਆਫ ਮਾਈਂਡ ਦੇ ਨਾਲ ਤੁਸੀਂ ਖੇਡ ਰਹੇ ਹੋ, ਕਮਿਊਨਿਟੀ ਦੀ ਸੇਫਟੀ ਦੇ ਨਾਲ ਤੁਸੀਂ ਖੇਡ ਰਹੇ ਹੋ। ਗੋਲੀਆਂ ਕਿਸੇ ਵੀ ਘਰ ਚੱਲਣ, ਲੇਕਿਨ ਇਨਸਿਕਿਉਰਿਟੀ ਤਾਂ ਸਭ ਦੇ ਵਿੱਚ ਹੀ ਕ੍ਰੀਏਟ ਹੋ ਜਾਂਦੀ ਹੈ। ਇੱਕ ਬਿਜ਼ਨਸਮੈਨ ਦੇ ਘਰ ਗੋਲੀ ਚੱਲਦੀ ਹੈ ਤਾਂ 2000 ਨੂੰ ਮੈਸੇਜ ਚਲਾ ਜਾਂਦਾ ਹੈ, ਜੋ ਕਿ ਇਹਨਾਂ ਗੈਂਗਸਟਰਾਂ ਦਾ ਤਰੀਕਾ ਹੈ ਇਸ ਤਰੀਕੇ ਦਾ ਆਪਣਾ ਦਹਿਸ਼ਤ ਫੈਲਾਉਣ ਦਾ। ਪਰਪਸ ਤਾਂ ਇਹ ਹੁੰਦਾ ਨਾ ਵੀ ਗੋਲੀ ਚਲਾਓ ਤੇ ਸਾਨੂੰ ਪੈਸੇ ਦਿਓ। ਇਹ ਚੀਜ਼ਾਂ ਇੰਡੀਆ 'ਚ ਹੁੰਦੀਆਂ ਨੇ, ਇਹ ਬਿਲਕੁਲ ਸੇਮ ਪੈਟਰਨ ਇੰਡੀਆ 'ਚ ਰਿਹਾ ਹੈ। ਉੱਥੇ ਵੀ ਆ ਪਿੱਛੇ ਜਿਹੜਾ ਦਿੱਲੀ ਦੇ ਵਿੱਚ ਹੋਈ ਇੱਕ ਵੱਡੀ ਵਾਰਦਾਤ, ਉੱਥੇ ਦੇ ਇੱਕ ਬੜੇ ਵੱਡੇ ਲਿਕਰ ਵਪਾਰੀ ਨੇ ਜਿਹੜੇ ਕਾਰੋਬਾਰੀ ਦੀਪ ਮਲਹੋਤਰਾ, ਉਹਨਾਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ। ਉਹ ਗੋਲਡੀ ਬਰਾੜ ਦੇ ਗੈਂਗਸਟਰ ਸੀ ਜਿਹੜੇ ਨੇ ਜਾ ਕੇ ਉੱਥੇ ਪੰਜਾਬੀ ਬਾਗ ਸ਼ਰੇਆਮ ਗੋਲੀਆਂ ਚਲਾਤੀਆਂ, ਫਿਰ ਫੜ ਲਏ ਉਹ 2 ਸ਼ੂਟਰ ਜਿਹੜੇ ਸੀਗੇ। ਸੋ ਇਸ ਤਰੀਕੇ ਦੀ ਚੀਜ਼ਾਂ ਤਾਂ ਇੰਡੀਆ 'ਚ ਆਮ ਹੈਗੀਆਂ ਨੇ। ਇੰਡੀਆ ਦੇ ਵਿੱਚ ਲੋਕ ਜਿਹੜੇ ਬਿਜ਼ਨਸਮੈਨ ਨੇ ਉਹ ਆਪਣੇ ਕਾਰੋਬਾਰ ਸਮੇਟ ਕੇ ਪਰਿਵਾਰਾਂ ਦੇ ਨਾਲ ਵਿਦੇਸ਼ਾਂ 'ਚ ਜਾਣ ਨੂੰ ਇਸ ਵਕਤ ਮਜਬੂਰ ਨੇ। ਜੋ ਪੰਜਾਬ ਦੀ ਹਾਲਤ ਮੈਂ ਤੁਹਾਨੂੰ ਦੱਸਦਾ ਪਿਆ, ਤੇ ਲੋਕਾਂ ਨੇ ਆਪਣੀ ਪ੍ਰਾਪਰਟੀਜ਼, ਆਪਣੀ ਸਾਰੀ ਚੀਜ਼ਾਂ ਸ਼ਿਫਟ ਕੀਤੀਆਂ, ਉਹ ਇੱਧਰਲੇ ਪਾਸੇ ਆਏ। ਇੱਥੇ ਫੇਰ ਵੀ ਕੰਮ ਸ਼ੁਰੂ ਹੋ ਗਿਆ। ਹੁਣ ਇੱਥੇ ਵੀ ਸੇਫਟੀ ਨਹੀਂ ਹੈ। ਜੇ ਤੁਸੀਂ ਉਤੋਂ ਸਾਰਾ ਆਪਣਾ ਕੰਮ ਸਮੇਟ ਕੇ ਇੱਥੇ ਆ ਜਾਂਦੇ ਹੋ ਤੇ ਇੱਥੇ ਵੀ ਉਹੀ ਚੱਲ ਰਿਹਾ, ਘਰਾਂ ਦੇ ਬਾਹਰ ਗੋਲੀਆਂ ਚੱਲਦੀਆਂ ਪਈਆਂ, ਦੋ ਜੀ ਰੰਗਦਾਰੀ ਪ੍ਰੋਟੈਕਸ਼ਨ ਬਣੀ। ਸੋ ਇੱਕ ਅਲੱਗ ਹੀ ਸਿਸਟਮ ਸ਼ੁਰੂ ਹੋ ਚੁੱਕਿਆ। ਇੱਕ ਚੀਜ਼ ਇਹ ਵੀ ਸਮਝਣ ਵਾਲੀ ਹੈ ਵੀ ਜਿਹੜੇ ਲੋਕਾਂ ਤੋਂ ਪੈਸਾ, ਹੁਣ ਇਹ ਤਾਂ ਚੀਜ਼ਾਂ ਸੰਭਵ ਹੁੰਦੀਆਂ ਨੇ ਜੇ ਪੁਲਿਸ ਜਾਂ ਇਹ ਲੋਕ ਦੱਸਣ, ਕਿਉਂਕਿ ਅਕਸਰ ਇਹਨਾਂ ਬਾਰੇ ਪਤਾ ਹੀ ਨਹੀਂ ਲੱਗਦਾ। ਈਵਨ ਇੰਡੀਆ ਦੇ ਵਿੱਚ ਵੀ ਇਹ ਚੀਜ਼ਾਂ ਗੁਪਤ ਰੱਖੀਆਂ ਜਾਂਦੀਆਂ ਨੇ, ਕਹਿ ਲਓ ਵੀ ਸਿਕਿਉਰਿਟੀ ਕੰਸਰਨਸ ਹੁੰਦੇ ਨੇ, ਪਤਾ ਹੀ ਨਹੀਂ ਲੱਗਦਾ ਵੀ ਕੌਣ ਕਿਸ ਤੋਂ ਪੈਸਾ ਲੈ ਗਿਆ, ਕਿਸ ਨੇ ਪੈਸਾ ਦੇ ਦਿੱਤਾ, ਕਿੰਨਿਆਂ ਨੇ ਦੇ ਦਿੱਤਾ। ਹਾਈਲਾਈਟ ਉਹ ਚੀਜ਼ ਹੁੰਦੀ ਹੈ ਜਿੱਥੇ ਪੈਸਿਆਂ ਦੀ ਡੀਲ ਨਹੀਂ ਹੋਈ, ਜਿੱਥੇ ਕੋਈ ਆਪਸ ਦੇ ਵਿੱਚ ਕੋਈ ਅੜ ਗਿਆ ਹੈ, ਕਿਸੇ ਨੇ ਪੈਸੇ ਨਹੀਂ ਦਿੱਤੇ, ਗੈਂਗਸਟਰ ਦੇ ਸਾਹਮਣੇ ਉਹਨੂੰ ਚੈਲੰਜ ਕਰਤਾ, ਕੋਈ ਬੁਰਾ ਮੰਨ ਗਿਆ, ਕਿਸੇ ਦੀ ਈਗੋ ਤੇ ਆ ਗਈ ਗੱਲ, ਉਹ ਫਿਰ ਗੋਲੀ ਚੱਲ ਜਾਂਦੀ ਹੈ। ਫਿਰ ਪਤਾ ਲੱਗਦਾ ਦੁਨੀਆ ਨੂੰ, ਅੱਛਾ ਆਹ ਕੁਝ ਹੋ ਰਿਹਾ। ਤੇ ਇੰਡੀਆ ਦੇ ਵਿੱਚ ਤਾਂ ਇਹ ਚੀਜ਼ਾਂ ਆਮ ਹੈਗੀਆਂ ਨੇ, ਤੇ ਇੱਥੇ ਹੋ ਗਈਆਂ ਸ਼ੁਰੂ। ਹੁਣ ਮੈਨੂੰ ਆਈ ਡੋਂਟ ਨੋ ਇੱਥੋਂ ਦੀ ਜਿਹੜੀ ਪੁਲਿਸ ਹੈ, ਇੱਥੋਂ ਦੀ ਜਿਹੜੀਆਂ ਇਨਫੋਰਸਮੈਂਟ ਏਜੰਸੀਜ਼ ਨੇ, ਉਹ ਕਿਵੇਂ ਹੈਂਡਲ ਕਰਨਗੀਆਂ, ਕਿਉਂਕਿ ਬੜਾ ਹੀ ਕੰਪਲਿਕੇਟਡ ਸਿਚੁਏਸ਼ਨ ਹੈ। ਇਹਨਾਂ ਨੂੰ ਇਹ ਚੀਜ਼ ਦੀ ਆਦਤ ਨਹੀਂ ਹੈ। ਬਿਲਕੁਲ ਤੁਸੀਂ ਦੇਖੋ ਨਾ ਵੀ ਇੱਥੋਂ ਜਿਹੜਾ BC ਦੇ ਜਿਹੜੇ ਗੈਂਗ ਕਨਫਲਿਕਟ ਹੈ, ਉਹ ਮੰਨ ਲਓ ਕੋਈ ਇਹਨਾਂ ਨੇ ਵਾਰਦਾਤ ਕੀਤੀ, ਕਿਤੇ ਗੋਲੀ ਚਲਾਤੀ, ਕੋਈ ਇਨਸੀਡੈਂਟ ਹੋ ਗਿਆ, ਉਸ ਤੋਂ ਬਾਅਦ ਉਹ ਤਾਂ ਆਪਣੀ ਗੱਡੀ ਤੱਕ ਫੂਕ ਦਿੰਦੇ ਨੇ ਤਾਂ ਕਿ ਪ੍ਰੂਫ ਖਤਮ ਹੋ ਜਾਏ। DNA ਬੇਸਿਕਲੀ ਕਾਰ ਨੂੰ ਜਲਾਉਣ ਦਾ ਮਕਸਦ ਇਹ ਹੁੰਦਾ ਹੈ ਵੀ ਜਿਹੜੇ ਕਾਰ ਦੇ ਵਿੱਚ ਸਵਾਰ ਹਮਲਾਵਰ ਕਦੇ ਕਿਸੇ ਸਟੇਜ ਤੇ ਫੜੇ ਜਾਣਗੇ, ਉਹਨਾਂ ਦੇ ਸਰੀਰ ਦੇ ਬਾਲ ਜਾਂ ਕੋਈ ਵੀ ਅਜਿਹੀ ਚੀਜ਼ ਜੋ ਕਿ DNA ਮੈਚ ਕਰਦੇ ਉਸ ਕ੍ਰਾਈਮ ਦੇ ਵਿੱਚ ਵਰਤੀ ਗਈ ਵਹੀਕਲ ਦੇ ਨਾਲ, ਉਹਨੂੰ ਨਸ਼ਟ ਕਰਦੇ ਨੇ। ਉਹ ਤਾਂ ਇੱਕ ਸਬੂਤ ਨਸ਼ਟ ਕਰਦੇ ਨੇ। ਇੱਥੇ ਸਾਡੇ ਜਿਹੜੇ, ਮੈਂ ਤਾਂ ਕਹਾਂਗਾ ਸਾਡੇ ਫੁਕਰੇ ਜਿਹੜੇ ਗੈਂਗਸਟਰ ਨੇ, ਉਹ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਲੈ ਰਹੇ ਨੇ, ਪੱਤਰਕਾਰਾਂ ਨੂੰ ਸਾਨੂੰ ਫੋਨ ਕਰਕੇ ਦੱਸਦੇ ਨੇ ਜੀ ਕਿ ਅਸੀਂ ਕੀਤਾ ਹੈ ਨਾ। ਬਿਲਕੁਲ ਹੀ ਕਹਾਣੀ ਅਲੱਗ ਹੈ। ਲੇਕਿਨ ਇੱਥੋਂ ਦੀ ਲਾਅ ਇਨਫੋਰਸਮੈਂਟ ਏਜੰਸੀ ਇਸ ਪੱਖੋਂ ਸਾਇੰਟੀਫਿਕ ਐਵੀਡੈਂਸ ਕ੍ਰੀਏਟ ਕਰਨ ਦੇ ਵਿੱਚ ਵਿਸ਼ਵਾਸ ਰੱਖਦੀਆਂ ਨੇ, ਤੇ ਜੇ ਫੜੇ ਜਾਣਗੇ ਤਾਂ ਉਹ ਫਿਰ ਉਹਨਾਂ ਲਈ ਬੜਾ ਗੰਭੀਰ ਹੋਏਗਾ ਸਿੱਟੇ। ਉਹ ਬਚਣਗੇ ਨਹੀਂ ਐਵੇਂ ਜਿਵੇਂ ਕਿ ਭਾਰਤ ਦੇ ਵਿੱਚ ਹੁੰਦਾ ਹੈ, ਗਵਾਹੀਆਂ ਮੁਕਰਵਾ ਦਿਓ, ਬਾਅਦ ਦੇ ਵਿੱਚ
ਉੱਥੇ ਤਾਂ ਬਹੁਤ ਕੁਝ ਉਲਟਾ ਪੁਲਟਾ ਹੋ ਰਿਹਾ, ਜੇਲ੍ਹਾਂ ਦੇ ਵਿੱਚੋਂ ਬੈਠ ਕੇ ਵੀ ਗੈਂਗਸਟਰ ਆਪਰੇਟ ਕਰੀ ਜਾਂਦੇ ਨੇ। ਜੀ। ਲੇਕਿਨ ਜੇ ਇਹਨਾਂ ਨੇ ਹਰਕਤਾਂ ਇੱਥੇ ਬੰਦ ਨਾ ਕੀਤੀਆਂ ਤਾਂ ਦੇ ਵਿਲ ਫੇਸ सम रियली सीरियस रेपरकशंस। एबट्सफोर्ड पुलिस और आरसीएमपी को पूछा गया था कि जो ये शूटिंग के मामले हुए हैं क्या इनका ताल्लुक सीधे सीधे एक्सटॉर्शन वाले केसेस से है, तो उन्होंने जो है कुछ भी साफ बोलने से मना कर दिया क्योंकि इन्वेस्टिगेशन इज अंडर वे, वो उनका वो कहना था। लेकिन जो बोर्ड ऑफ ट्रेड है, जैसे बोर्ड ऑफ ट्रेड है, उन लोगों ने भी स्टेटमेंट दिया कि उनके जो मेंबर्स हैं उनको भी कुछ 2 शायद मेंबर्स हैं जिनको थ्रेट्स मिले हैं इस तरह से। तो ये बहुत बड़ा मामला हो गया है। जो साउथ सरी सेंटर के जो एमपी है रणदीप सराय साहब, उन्होंने बोला कि 90s में साउथ वैंकूवर में होता था, 2000s में मॉन्ट्रियल में ऐसे केसेस होते थे। तो उन्होंने ऐसा दिखाने की कोशिश की शायद इतना बड़ा ऐसा नहीं है कि पहली बार नहीं हुआ है, कुछ इस तरह से शायद एक मैसेज देने की कोशिश हुई थी। जॉन रास्टर्ड ने बोला कि उनके कॉन्स्टिट्यूएंट्स को भी जो है ऐसी धमकियाँ मिली हैं। तो एक ਇਸ ਪ੍ਰੋਬਲਮ ਨੂੰ ਡਾਊਨ ਪਲੇ ਕਰਨਾ ਗਲਤ ਹੈ। ਜੇ ਐਮਪੀ ਸਾਹਿਬ ਜਾਂ ਕੋਈ ਵੀ ਇਹਨੂੰ ਡਾਊਨ ਪਲੇ ਕਰਦਾ ਉਹ ਗਲਤ ਹੈ। ਹਾਲਾਂਕਿ ਇਹ ਮੰਨਿਆ ਜਾ ਸਕਦਾ ਕਿ ਇਹ ਲੰਬੇ ਸਮੇਂ ਤੱਕ ਚੱਲਣ ਵਾਲਾ ਫਿਨੋਮੀਨਨ ਨਹੀਂ ਹੈ। ਮੈਂ ਘੱਟੋ ਘੱਟ ਕੈਨੇਡਾ ਦੇ ਪੁਆਇੰਟ ਆਫ View ਨਾਲ ਕਹਿ ਸਕਦਾ ਹੈ ਕਿ ਇੱਥੇ ਖੇਡ ਲੰਬੀ ਨਹੀਂ ਚੱਲਣੀ, ਤੇ ਜੇ ਲੰਬੀ ਚੱਲੇਗੀ ਉਹਦਾ ਤੁਸੀਂ ਮਤਲਬ ਸਮਝੋ ਕੀ ਹੈ। ਤੁਹਾਨੂੰ ਕੀ ਲੱਗਦਾ ਕਿ ਇੰਡੀਆ ਤੋਂ ਗੈਂਗਸਟਰ ਆ ਕੇ ਲਾਰੈਂਸ ਬਿਸ਼ਨੋਈ ਉੱਥੋਂ ਦੀ ਜੇਲ੍ਹ 'ਚ ਬੈਠ ਕੇ ਆਪਣੇ 2 4 5 7 100 ਗੁਰਗਿਆਂ ਨੂੰ ਇੱਧਰ ਉੱਧਰ ਖੜਾ ਕਰਕੇ ਤੇ ਇੱਥੇ ਆਪਣਾ ਆਪਰੇਟ ਕਰੇਗਾ ਰਿੰਗ, ਤੇ ਇੱਥੋਂ ਦੇ ਗੈਂਗਸਟਰ ਕੀ ਘਰੇ ਬੈਠਣਗੇ? ਇਹ ਵੀ ਤਾਂ ਬੜਾ ਵੱਡਾ ਪੁਆਇੰਟ ਹੈ ਨਾ। ਹੁਣ ਇੱਥੋਂ ਦੇ ਗੈਂਗਸਟਰਸ ਵੀ ਵਿਹਲੇ ਨਹੀਂ ਬੈਠੇ, ਅਗਲੇ ਉਹ ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਉਸ ਤਰੀਕੇ ਦਾ ਮਤਲਬ ਉਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਤਾਂ ਹੈਗੇ ਨੇ, ਲੇਕਿਨ ਉਹ ਲੋਕਾਂ ਨੂੰ ਪਰੇਸ਼ਾਨ ਅਜੇ ਤੱਕ ਨਹੀਂ ਕਰ ਰਹੇ। ਲੇਕਿਨ ਜੇ ਤੁਸੀਂ $2-2 ਮਿਲੀਅਨ ਮਿਲਣਾ ਸ਼ੁਰੂ ਹੋ ਗਿਆ ਇਸੇ ਪ੍ਰੋਟੈਕਸ਼ਨ ਮਨੀ ਦੇ ਰੂਪ ਵਿੱਚ, ਤਾਂ ਤੁਸੀਂ ਇਹ ਸੋਚੋ ਵੀ ਉਸ ਸਟੇਕ ਦੇ ਵਿੱਚ ਫਿਰ ਅਸਲੀ ਲੜਾਈ ਕੌਣ ਲੜੇਗਾ? ਅਸਲੀ ਲੜਾਈ ਤਾਂ ਫਿਰ BC ਦਾ ਜਿਹੜਾ ਗੈਂਗ ਹੈ, BC ਦੇ ਗੈਂਗਸ ਨੇ ਜੋ ਕਿ ਫਾਰ ਮੋਰ ਡੈਡਲੀ ਨੇ, ਉਹ ਫਾਰ ਮੋਰ ਉਹ ਤਾਂ ਬਹੁਤ ਖਤਰਨਾਕ ਗੈਂਗਸ ਨੇ। ਇਹ ਤਾਂ ਹਵਾਬਾਜ਼ੀ ਵਾਲੇ ਗੈਂਗ ਨੇ ਸਾਡੇ, ਲੇਕਿਨ ਤੁਸੀਂ BC ਤੇ ਜੇ ਗੈਂਗਸ ਦੇਖੋ, ਉਹਨਾਂ ਦੀ ਲੜਾਈਆਂ ਜਿਹੜੀਆਂ ਚੱਲ ਰਹੀਆਂ ਨੇ ਉਹ 7-7 8-8 ਸਾਲ ਜਾ ਕੇ ਬੈਂਕਾਕ ਤੱਕ ਬੰਦਾ ਮਾਰ ਕੇ ਆਏ ਨੇ। ਮੈਂ ਕਦੇ ਸ਼ੇਅਰ ਕਰਾਂਗੇ ਜਿਹੜੀ ਕਹਾਣੀ ਹੈ, ਬੈਂਕਾਕ ਜਾ ਕੇ ਉਹਨਾਂ ਨੇ ਬੰਦਾ ਮਾਰਿਆ, ਤੇ ਉਹ ਵੀ ਇੰਨੇ ਸਾਲਾਂ ਬਾਅਦ ਜਾ ਕੇ ਤੇ ਟ੍ਰੇਸਡ ਦੈਟ ਗਾਏ ਜੋ ਬੇਸਿਕਲੀ ਉਹਨੇ ਡਰੱਗ ਦੀ ਲੜਾਈ ਸੀਗੀ। ਸੋ ਉਹ ਇਹਨਾਂ ਨੂੰ ਛੱਡਣਗੇ ਕਿਆ, ਜਾਂ ਉਹ ਇਸ ਹਿੱਸੇਦਾਰੀ ਦੇ ਵਿੱਚ ਪਿੱਛੇ ਹਟਣਗੇ? ਬਾਹਰੋਂ ਆ ਕੇ ਕੋਈ ਤੁਹਾਡੇ ਏਰੀਆ ਦੇ ਵਿੱਚ ਵਸੂਲੀ ਕਰੇ, ਲੜਾਈ ਤਾਂ ਟਰਫ ਦੀ ਹੈ ਨਾ। ਤੇ ਇਸ ਵਾਸਤੇ ਮੈਨੂੰ ਲੱਗ ਰਿਹਾ ਵੀ ਇਹ ਬਹੁਤ ਥੋੜੀ ਦੇਰ ਲਈ ਇੱਕ ਫਿਨੋਮੀਨਨ ਨੇ ਚੱਲਣਾ ਹੈ। ਇਹਨੇ ਪਰੇਸ਼ਾਨੀ ਤਾਂ ਹੈ ਸਮਾਜ ਲਈ, ਕਮਿਊਨਿਟੀ ਲਈ, ਬਟ ਆਈ ਥਿੰਕ ਇਟ ਇਜ਼ ਨਾਟ ਗੋਇੰਗ ਟੂ ਬੀ ਅ ਲਾਸਟਿੰਗ ਅਫੇਅਰ। ਤੇ ਜੇ ਲਾਸਟਿੰਗ ਅਫੇਅਰ ਹੋਏਗਾ ਤਾਂ ਫਿਰ ਆਪਸ 'ਚ ਇਹਨਾਂ ਦੀ ਲੜਾਈਆਂ ਹੋਣਗੀਆਂ। ਇਹਨਾਂ ਨੂੰ ਪੁਲਿਸ ਤਾਂ ਜਾਂ ਐਨਫੋਰਸਮੈਂਟ ਏਜੰਸੀਆਂ ਤਾਂ ਬਾਅਦ ਦੇ ਵਿੱਚ ਭਜਾਣਗੀਆਂ। ਪਹਿਲਾਂ ਜਿਹੜਾ ਲੋਕਲ ਗੈਂਗਸ ਹੈਗੇ ਨੇ ਉਹਨਾਂ ਨੇ ਦੇ ਵਿਲ ਹਿੱਟ ਬੈਕ ਐਂਡ ਦੇ ਵਿਲ ਨਾਟ ਲਾਈ ਲੋ, ਕਿਉਂਕਿ ਜਦੋਂ ਹਾਈ ਸਟੇਕ ਗੇਮ ਹੈ, ਜੇ 2-2 4-4 ਮਿਲੀਅਨ ਐਡੇ ਸੌਖੇ ਤਰੀਕੇ ਦੇ ਨਾਲ ਹੀ ਫੋਨ ਦੇ ਉੱਤੇ ਵਸੂਲੀਆਂ, ਚਿੱਠੀਆਂ ਪਾਉਣ ਦੇ ਨਾਲ ਵਸੂਲੀਆਂ ਹੋਣ ਲੱਗ ਪਈਆਂ, ਤਾਂ ਉਹ ਅਗਲੇ 2-2 4-400 ਗ੍ਰਾਮ ਉਹਨਾਂ ਨੇ ਕੋਕੇਨ ਤੇ ਹੈਰੋਇਨ ਵੇਚ ਕੇ ਦੁਨੀਆ ਭਰ ਦੀ ਜਿਹੜੀ ਲਾਂਤਾਂ ਵੀ ਰਹਿ ਰਹੇ ਨੇ, ਤੌਮਤਾਂ ਵੀ ਲੈ ਰਹੇ ਨੇ, ਉਹ ਕਿਉਂ ਲੈਣਗੇ? ਦੇ ਵਿਲ ਗੈਟ ਇਨਟੂ ਦਿਸ ਟ੍ਰੇਡ ਇਫ ਇਟ ਇਜ਼ ਮੋਰ ਲੁਕਰੇਟਿਵ। ਬਟ ਆਈ ਡੋਂਟ ਥਿੰਕ ਦੈਟ ਇਹ ਜ਼ਿਆਦਾ ਲੰਬੇ ਸਮੇਂ ਤੱਕ ਚੱਲਣ ਵਾਲਾ ਹੈ। ਹੁਣ ਇਹਦਾ ਕੀ ਟਾਈਮਿੰਗ ਦੇ ਹਿਸਾਬ ਨਾਲ ਇਹਦਾ ਕੋਈ ਪਰਪਸ ਵੀ ਹੈ, ਤੇ ਪਿੱਛੇ ਦੀ ਕੋਈ ਪੋਲੀਟੀਕਲ ਕਾਰਨ, ਜਿਵੇਂ ਉਹ ਤਾਂ ਚੀਜ਼ਾਂ ਆਈਆਂ ਨੇ ਜਿਹੜੀ ਇੰਟਰਫੇਰੈਂਸ ਦੇ ਲੈਵਲ ਦੇ ਉੱਤੇ ਜਿਹੜੀਆਂ ਚੀਜ਼ਾਂ ਆਪਾਂ ਕੁਐਸਚਨ ਕਰਦੇ ਸੀਗੇ ਨਾ ਵੀ ਯਾਰ ਸਬੂਤ ਮਿਲਣ, ਹੁਣ ਸਬੂਤ ਮਿਲਣੇ ਸ਼ੁਰੂ ਹੋ ਗਏ, ਸਬੂਤ ਦੇਤੇ ਅਮਰੀਕਾ ਨੇ ਕਾਫੀ ਹੱਦ ਤੱਕ, ਤੇ ਹੁਣ ਉਸ ਤੋਂ ਬਾਅਦ ਇਹ ਸਾਰੀ ਚੀਜ਼ਾਂ ਜੁੜਦੀਆਂ ਉਸ ਲੈਵਲ ਤੇ ਜੁੜ ਸਕਦੀਆਂ ਨੇ। ਬਟ ਲੈਟ ਅਸ ਸੀ ਕਿ ਇਨਵੈਸਟੀਗੇਸ਼ਨ 'ਚ ਲੈਟਸ ਗੋ ਸਟੈਪ ਬਾਏ ਸਟੈਪ ਹੀ ਚੀਜ਼ਾਂ ਜਿਵੇਂ ਜਿਵੇਂ अनफोल्ड होंगी, फिर लार्जर पिक्चर उसी वक्त समझ भी आएगी। बिल्कुल। मेरा एक आखिरी सवाल इस पर, एक अगर मेंटालिटी की अगर हम बात करें, तो क्या आपको लगता है कि कैनेडियन एजेंसीज, कैनेडियन पुलिस को खास करके थोड़ा अंडर एस्टिमेट किया जा रहा है? उनको लग रहा है कि चलिए हम तो करते रहेंगे, शायद इनका इतना स्ट्रेंथ नहीं है, इनका बड़ा अजीब सा प्रोसीजर है ऑपरेट करने का, डायरेक्टली मीडिया में भी कुछ शेयर नहीं करते हैं। तो क्या उनको लग रहा है कि क्योंकि पिछले दिनों जो भी बातें हुई हैं, इंटरफेरेंस का मामला आया है, जो भी ऐसे केसेस हुए हैं, कि एक ऐसा एक फीलिंग आ गया है कि हम तो कुछ भी करके निकल जाएंगे, कुछ हमारा बाल भी ये लोग बाका नहीं कर सकते, ऐसा एक मेंटालिटी हो गया है? ਕੈਨੇਡਾ ਦੇ ਹਿਸਾਬ ਨਾਲ ਤਾਂ ਚਲੋ ਉਹਨਾਂ ਦੀ ਗਲਤਫਹਿਮੀ ਹੋ ਸਕਦੀ ਹੈ। ਮੈਂ ਇਹ ਨਹੀਂ ਕਹਾਂਗਾ ਵੀ ਕੈਨੇਡਾ ਦੀ ਜਿਹੜੀ ਸਿਕਿਉਰਿਟੀ ਏਜੰਸੀਜ਼ ਨੇ ਕੋਈ ਬਹੁਤ ਹੀ ਜ਼ਿਆਦਾ ਆਲੀਸ਼ਾਨ ਜਾਂ ਆਲੀਸ਼ਾਨ ਨਹੀਂ, ਸੌਰੀ ਟੂ ਯੂਜ਼ ਦਿਸ ਵਰਡ, ਬਹੁਤ ਹੀ ਜ਼ਿਆਦਾ ਕੋਈ ਪੁਖਤਾ ਆਪਣੀ ਕਾਰਵਾਈ ਲਈ ਜਾਣੀਆਂ ਜਾਂਦੀਆਂ ਨੇ। ਇੱਕ ਫੈਕਟ ਹੈ, Canadian security and intelligence agencies have always failed on a very critical juncture। ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਕੋਈ ਜ਼ਿਆਦਾ ਵਧੀਆ ਨਹੀਂ ਹੈ, ਤੇ ਉਹਦੇ ਲਈ ਮੈਂ ਐਗਜ਼ਾਮਪਲ ਤੁਹਾਨੂੰ ਦੇ ਸਕਦਾ। ਕਨਿਸ਼ਕ AI ਬੋਮਿੰਗਸ ਤੋਂ ਲੈ ਕੇ ਬੈਕ ਟੂ ਈਵਨ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਕਿਲਿੰਗ ਹੈ, ਇਹਨਾਂ ਕੋਲ ਸਭ ਇੰਟੈਲੀਜੈਂਸ ਸੀ, ਬਟ ਦੇ ਕੁਡਨਟ ਅਵੋਇਡ ਇਟ। ਤੁਹਾਡੇ ਸਾਹਮਣੇ ਕੇਸ ਹੈ ਨਾ। ਹੁਣ ਤੁਸੀਂ ਇੰਡੀਅਨ मेलानी जोली को एक सवाल पूछा गया था प्रेसर में कि क्या वजह है कि अमेरिका ने रोक दिया पन्नू पे असैसिनेशन, लेकिन आप लोग नहीं रोक पाए निज्जर वाले? ਬਿਲਕੁਲ ਨਹੀਂ। ਤੁਸੀਂ ਸੋਚੋ ਵੀ ਜਿਸ ਵਕਤ ਉਹ ਸਭ ਆਪਰੇਸ਼ਨ ਚੱਲਦਾ ਪਿਆ ਸੀਗਾ, ਜਿਹੜਾ ਉਹਨਾਂ ਦੀ ਅੰਡਰ ਕਵਰ ਦੱਸ ਰਹੇ ਸੀ,
ਉਸੇ ਵਕਤ ਰੀਅਲ ਟਾਈਮ ਦੇ ਵਿੱਚ ਵੀ ਇਹਨਾਂ ਕੋਲ ਇਨਪੁਟ ਆਈਆਂ ਹੋਣਗੀਆਂ, ਜਿਹਦੇ ਬਾਰੇ ਕੈਨੇਡੀਅਨ ਏਜੰਸੀ, ਆਪਾਂ ਦੁਬਾਰਾ ਚਰਚਾ ਕਰਾਂਗੇ ਹਰਦੀਪ ਨਿੱਜਰ ਤੇ ਵੱਖਰੀ। ਸੋ ਕੈਨੇਡੀਅਨ ਏਜੰਸੀਜ਼ ਜਾਂ ਸਿਕਿਉਰਿਟੀ ਜਿਹੜੀ ਇੰਟੈਲੀਜੈਂਸ ਏਜੰਸੀਜ਼ ਕੋਈ ਬਹੁਤ ਵਧੀਆ ਇਹਨਾਂ ਦਾ ਕੋਈ ਮਿਆਰੀ ਹਿਸਾਬ ਕਿਤਾਬ ਨਹੀਂ ਹੈ। ਅਮਰੀਕਾ ਨੇ ਦਿਖਾਤਾ, ਇਹ ਚੀਜ਼ ਪ੍ਰੂਵ ਹੋ ਗਈ ਹੈ। ਸੋ ਇਹ ਇੱਕ ਫੈਕਟ ਹੈ ਕਿ ਬਹੁਤ ਲੂਪ ਹੋਲਸ ਨੇ ਸਿਸਟਮ ਦੇ ਵਿੱਚ, ਉਹਨਾਂ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਸਕਦੇ ਨੇ, ਲੇਕਿਨ ਕਾਨੂੰਨ ਆਪਣਾ ਕੰਮ ਕਰਦਾ। ਸਾਇੰਟੀਫਿਕ ਇਨਵੈਸਟੀਗੇਸ਼ਨ ਦੀ ਇਹਨਾਂ 'ਚ ਕਪੈਸਿਟੀ ਹੈ ਤੇ ਇਹ ਕਰ ਸਕਦੇ ਨੇ, ਐਸਾ ਨਹੀਂ ਹੈ। ਦੇਖੋ ਇੱਥੇ ਬੈਠ ਕੇ ਕੈਨੇਡਾ ਵਿੱਚ ਹੋ ਰਹੀਆਂ ਵਾਰਦਾਤਾਂ ਲਈ ਜੇ ਲਾਰੈਂਸ ਬਿਸ਼ਨੋਈ ਜ਼ਿੰਮੇਵਾਰੀ ਲੈ ਰਿਹਾ ਹੈ ਤੇ ਉਹਦੇ 'ਚ ਗੋਲਡੀ ਬਰਾੜ ਦਾ ਨਾਮ ਨਹੀਂ ਲੈ ਰਹੇ, ਇਟ ਮੀਨਸ ਉਹਨਾਂ ਨੂੰ ਇਸ ਚੀਜ਼ ਦਾ ਡਰ ਹੈ। ਨਹੀਂ ਤਾਂ ਗੋਲਡੀ ਬਰਾੜ ਲੈ ਸਕਦਾ ਨਾ ਜ਼ਿੰਮੇਵਾਰੀਆਂ ਇੱਥੇ ਬੈਠ ਕੇ, ਬਟ ਉਹ ਲਾਰੈਂਸ ਬਿਸ਼ਨੋਈ ਤੋਂ ਦਵਾ ਰਿਹਾ ਤਾਂ ਕਿ ਉਹ ਚੀਜ਼ਾਂ ਮੈਚ ਨਾ ਹੋ ਸਕਣ। ਸੋ ਮੇ ਬੀ ਇਹਨਾਂ ਨੂੰ ਡਰ ਤਾਂ ਹੈ, ਐਸਾ ਨਹੀਂ ਹੈ। ਇਹ ਮਤਲਬ ਇਹਨਾਂ ਨੂੰ ਕੈਨੇਡੀਅਨ ਏਜੰਸੀਜ਼ ਨੂੰ ਅੰਡਰ ਐਸਟੀਮੇਟ ਨਹੀਂ ਕਰ ਰਹੇ ਹੋਣਗੇ ਜਿਹੜੇ ਵੀ ਇਹ ਇਸ ਲੈਵਲ ਦੇ ਗੈਂਗਸਟਰ ਨੇ। ਬਾਕੀ ਕੁਝ ਸ਼ਰਾਰਤੀ ਲੋਕ ਵੀ ਹੋ ਸਕਦੇ ਨੇ, ਨਾ ਵਰਤ ਕੇ ਵੀ ਚੀਜ਼ਾਂ ਕੀਤੀਆਂ ਜਾ ਸਕਦੀਆਂ ਨੇ। ਇਹ ਸਾਰੀ ਚੀਜ਼ਾਂ ਜਦੋਂ ਪਹਿਲਾ ਕਰੈਕ ਥਰੂ ਮਿਲਦਾ ਹੈ, ਬ੍ਰੇਕ ਥਰੂ ਮਿਲਦਾ ਹੈ, ਵੀ ਆਰ ਵੇਟਿੰਗ ਕਿ ਐਬਟਸਫੋਰਡ ਜਾਂ ਸਾਰੀ ਪੁਲਿਸ ਕੋਈ ਬ੍ਰੇਕ ਥਰੂ ਪਹਿਲੀ ਦੇਗੀ ਜਿਸ ਦੇ ਵਿੱਚ ਕੋਈ ਬੰਦੇ ਹੱਥ ਆਣ, ਕਾਬੂ ਆਣ ਤੇ ਪਤਾ ਲੱਗੇ ਕਿ ਇਹ ਕੌਣ ਲੋਕ ਹੈਗੇ ਨੇ। ਉੱਥੋਂ ਫਿਰ ਅੱਗੇ ਫਿਨੋਮੀਨਨ ਖੁੱਲੇਗਾ, ਸਮਝ ਵਿੱਚ ਆਏਗਾ। ਹਜੇ ਤੱਕ ਇਸ ਚੀਜ਼ ਨੂੰ ਸਮਝਣ ਦੇ ਵਿੱਚ ਵੀ ਹੈਰਾਨੀ ਹੋ ਰਹੀ ਹੈ ਕਿ ਠੀਕ ਹੈ ਆਪਾਂ ਸਿੰਪਟਮਸ ਮੈਚ ਕਰ ਲਏ, ਜੋ ਉੱਥੇ ਹੋ ਰਿਹਾ ਉੱਥੇ ਇੱਥੇ ਹੋ ਰਿਹਾ, ਕਈ ਚੀਜ਼ਾਂ ਸਾਨੂੰ ਮੈਚ ਕਰ ਰਹੇ ਨੇ, ਲੇਕਿਨ ਬਿਹਾਈਂਡ ਦ ਸੀਨ ਸਟੋਰੀ ਕੀ ਹੈ ਇਹ ਹਲੇ ਮੈਨੂੰ ਲੱਗਦਾ ਇਨਵੈਸਟੀਗੇਸ਼ਨ जब तक पूरी होती है ਆਪਾਂ ਨੂੰ वेट करनी पड़ेगी। जो माइक फार्नवर्थ ने भी जो स्टेटमेंट दिया कि भाई ऐसी चीज़ें नहीं होनी चाहिए, ये तो बड़े इंटीग्रेटेड कम्युनिटीज़ हैं हमारे, और ऐसे अगर केस थ्रेट्स लोगों को दिए जा रहे हैं दैट मीन्स पीस को डिस्टर्ब करने की जो कोशिश हो रही है, ऐसा नहीं होना चाहिए। तो थोड़ा मैसेजिंग भी बड़ा अनक्लियर सा है नहीं, मतलब एक विशी वॉशी टाइप का आप स्टेटमेंट दे देते हैं, बहुत क्लियर कट आप नहीं करते कि हम ਨਹੀਂ ਉਹ ਸ਼ੁਰੂ ਤੋਂ ਵਿਸ਼ੀ ਵੋਸ਼ੀ ਇਸ ਵਾਸਤੇ ਰਹੇ ਨੇ ਕਿ ਜਦੋਂ ਇੱਥੇ ਮੰਦਰਾਂ ਦੇ ਬਾਹਰ ਪ੍ਰੋਟੈਸਟ ਕੀਤੇ ਜਾਂਦੇ ਨੇ ਵੱਡੇ ਵੱਡੇ ਲਾਊਡ ਸਪੀਕਰ ਲਾ ਕੇ, ਹਰ ਕਿਸਮ ਦਾ ਲੋਕਾਂ ਨੂੰ ਹੈਕਲ ਵੀ ਤਾਂ ਕੀਤਾ ਗਿਆ ਨਾ। ਐਬਟਸਫੋਰਡ ਦੇ ਗੁਰਦੁਆਰੇ ਦੇ ਵਿੱਚ ਇੱਕ ਸਿੱਖ ਪਰਿਵਾਰ ਦੇ ਨਾਲ ਕੀ ਕੀਤਾ ਗਿਆ, ਉਹਨਾਂ ਦੀ ਮਹਿਲਾਵਾਂ ਦੀ ਹਾਜ਼ਰੀ, ਬੱਚਿਆਂ ਦੀ ਹਾਜ਼ਰੀ ਦੇ ਵਿੱਚ ਕੀ ਗਾਲੀ ਗਲੋਚ ਕੀਤਾ। ਜਦੋਂ ਤੁਸੀਂ ਉਸ ਤਰੀਕੇ ਦੇ ਕੰਡਕਟ ਨੂੰ ਚੱਲ ਸਕਦੇ ਹੋ ਕੈਨੇਡੀਅਨ ਸਿਸਟਮ, ਤਾਂ ਫਿਰ ਤੁਹਾਨੂੰ ਇਹ ਵੀ ਚੀਜ਼ਾਂ ਦੇ ਉੱਤੇ ਵਿਸ਼ੀ ਵਾਸ਼ੀ ਹੋਣਾ ਪਏਗਾ, ਠੀਕ ਹੈ ਨਾ, ਕਿਉਂਕਿ ਤੁਸੀਂ ਮੰਦਰਾਂ ਦੇ ਬਾਹਰ, ਗੁਰਦੁਆਰਿਆਂ ਦੇ ਕੰਪਾਊਂਡ ਦੇ ਵਿੱਚ ਲੋਕਾਂ ਨੂੰ ਟਾਰਗੇਟ ਕਰ ਰਹੇ ਹੋ, ਹੈ ਨਾ। ਜਦ ਉਹ ਚੀਜ਼ ਨੂੰ ਟੋਲਰੈਂਸ ਦੇ ਨਾਂ ਦੇ ਉੱਤੇ ਟੋਲਰੇਟ ਕਰ ਲਿਆ ਜਾਂਦਾ, ਫਿਰ ਇਹੋ ਜਿਹੀਆਂ ਗੋਲ-ਮੋਲ ਗੱਲਾਂ ਕਰਨਗੇ ਐਂਡ ਕਮਿਊਨਿਟੀਜ਼ ਯੂਜ਼ਡ ਟੂ ਆਫ ਇਟ। ਇਹ ਥੋੜ੍ਹਾ ਨਾ ਹੋਏਗਾ ਵੀ ਤੁਸੀਂ ਪਹਿਲਾਂ ਜਿਹੜਾ ਕੰਡਕਟ, ਜਿਹੜੇ ਕੁਝ ਮੈਂ ਕਹਾਂਗਾ ਕੱਟੜਪੰਥੀ ਹੈਗੇ ਨੇ, ਜੇ ਉਹ ਕੱਟੜਪੰਥੀ ਐਗਰੈਸਿਵ ਨੇ, ਓਵਰ ਐਗਰੈਸਿਵ ਨੇ, ਲੋਕਾਂ ਨੂੰ ਹੈਕਲ ਕਰ ਰਹੇ ਨੇ, ਲੋਕਾਂ ਨੂੰ ਅਬਿਊਜ਼ ਕਰ ਰਹੇ ਨੇ, ਤੇ ਫਿਰ ਦੂਸਰੇ ਪਾਸੇ ਜੇ ਹੋਏਗਾ ਤਾਂ ਫਿਰ ਅਥਾਰਟੀਜ਼ ਨੂੰ ਤਾਂ ਆਪਣੇ ਪੈਰਾਮੀਟਰ ਸੇਮ ਹੀ ਰੱਖਣੇ ਪੈਣਗੇ। ਇਹ ਨਹੀਂ ਹੋ ਸਕਦਾ ਵੀ ਉਹਨਾਂ ਲਈ ਤੁਸੀਂ ਸੌਫਟ ਹੋਵੋਗੇ ਤੇ ਇੱਥੇ ਤੁਸੀਂ ਗਰਮੀ ਤੇ ਸਖਤੀ ਦਿਖਾਓ, ਤੇ ਜੇ ਦਿਖਾਓਗੇ ਦੈਨ ਯੂ ਵਿਲ ਬੀ ਨੋਨ ਫॉर हैविंग मल्टीपल और डबल स्टैंडर्ड्स। आज की इस चर्चा में जुड़ने के लिए आपका बहुत शुक्रिया रितेश जी। आप सबका भी बहुत शुक्रिया अपना कीमती वक्त हमें देने के लिए।